ਓਸ਼ੋ ਦੇ ਲੈਕਚਰ। ਮਨੁੱਖ ਜਿਸ ਨੂੰ ਸੰਸਾਰ ਕਹਿੰਦਾ ਹੈ, ਉਹ ਸੱਤਾ ਦੀ ਸੀਮਾ ਨਹੀਂ ਹੈ। ਉਹ ਸਿਰਫ ਮਨੁੱਖ ਦੀਆਂ ਇੰਦਰੀਆਂ ਦੀ ਸੀਮਾ ਹੈ। ਇਹਨਾਂ ਇੰਦਰੀਆਂ ਦੇ ਪਾਰ ਅਸੀਮ ਵਿਸਥਾਰ ਹੈ। ਇਸ ਅਸੀਮ ਨੂੰ ਇੰਦਰੀਆਂ ਤੋਂ ਕਦੇ ਵੀ ਪੂਰਾ ਨਹੀਂ ਪਾਇਆ ਜਾ ਸਕਦਾ, ਕਿਉਂਕਿ ਇੰਦਰੀਆਂ ਹਿੱਸੇ ਨੂੰ ਦੇਖਦੀਆਂ ਹਨ, ਅੰਸ਼ ਨੂੰ ਦੇਖਦੀਆਂ ਹਨ, ਤੇ ਜੋ ਅਸੀਮ ਹੈ, ਅਨੰਤ ਹੈ, ਉਹ ਖੰਡਿਤ ਤੇ ਵਿਭਾਜਿਤ ਨਹੀਂ ਹੁੰਦਾ। ਜੋ ਅਸੀਮ ਹੈ, ਉਹਨੂੰ ਆਪਣੇ ਲਈ ਕੋਈ ਸੀਮਤ ਸਾਧਨ ਕੰਮ ਨਹੀਂ ਦੇ ਸਕਦਾ। ਜੋ ਅਸੀਮ ਹੈ, ਉਹ ਸਿਰਫ ਅਸੀਮ ਨਾਲ ਫੜਿਆ ਜਾ ਸਕਦਾ ਹੈ। ਹੋਰ ਜਿਨ੍ਹਾਂ ਨੇ ਉਹਨੂੰ ਜਾਣਿਆ ਹੈ, ਉਹਨਾਂ ਨੇ ਇੰਦਰੀਆਂ ਨਾਲ, ਬੁੱਧੀ ਨਾਲ ਨਹੀਂ, ਖੁਦ ਅਸੀਮ ਹੋ ਕੇ ਉਹਨੂੰ ਜਾਣਿਆ ਹੈ। ਇਹ ਸੰਭਵ ਹੈ ਕਿਉਂਕਿ ਇਸ ਛੋਟੇ ਤੇ ਸੀਮਤ ਦਿਸਦੇ ਮਨੁੱਖ ਵਿੱਚ ਅਸੀਮ ਵੀ ਉਪਸਥਿਤ ਹੈ। ਇੰਦਰੀਆਂ ਤੇ ਉਹਦੀ ਸਮਾਪਤੀ ਨਹੀਂ ਹੈ। ਉਹ ਇੰਦਰੀਆਂ ਵਿੱਚ ਹੈ, ਪਰ ਇੰਦਰੀਆਂ ਹੀ ਨਹੀਂ ਹਨ। ਉਹ ਇੰਦਰੀਆਂ ਤੋਂ ਪਾਰ ਫੈਲਿਆ ਹੋਇਆ ਹੈ। ਉਹ ਜਿੰਨਾ ਦਿਸਦਾ ਹੈ, ਉੱਥੇ ਉਹਦੀ ਸਮਾਪਤੀ, ਸੀਮਾ ਨਹੀਂ, ਸ਼ੁਰੂਆਤ ਹੈ। ਉਹ ਅਦ੍ਰਿਸ਼ ਹੈ। ਦ੍ਰਿਸ਼ ਦੇ ਘੇਰੇ 'ਚ ਅਦ੍ਰਿਸ਼ ਬੈਠਾ ਹੋਇਆ ਹੈ। ਇਸ ਅਦ੍ਰਿਸ਼ ਨੂੰ ਉਹ ਆਪਣੇ ਅੰਦਰ ਪਾ ਲਏ ਤਾਂ ਸੰਸਾਰ ਦੇ ਸਾਰਿਆਂ ਅਦ੍ਰਿਸ਼ਾਂ ਨੂੰ ਪਾ ਲੈਂਦਾ ਹੈ, ਕਿਉਂਕਿ ਸਾਰੇ ਭਾਗ ਤੇ ਖੰਡ ਦ੍ਰਿਸ਼ ਦੇ ਹਨ। ਅਦ੍ਰਿਸ਼ ਅਖੰਡਿਤ ਹੈ। ਇੱਕ ਤੇ ਅਨੇਕ ਉੱਥੇ ਇੱਕ ਹੀ ਹੈ, ਤੇ ਇਸ ਲਈ ਇੱਕ ਨੂੰ ਪਾ ਲੈਣ ਨਾਲ ਸਭ ਨੂੰ ਪਾ ਲਿਆ ਜਾਂਦਾ ਹੈ। ਕਿਹਾ ਹੈ ਮਹਾਵੀਰ ਨੇ, ਜੇ ਅਗਮ ਜਾਣੇ ਸੇ ਸਵਮ ਜਾਣੇ। ਇੱਕ ਨੂੰ ਜਾਣਿਆ ਕਿ ਸਭ ਨੂੰ ਜਾਣਿਆ। ਉਹ ਇੱਕ ਅੰਦਰ ਹੈ, ਉਹ ਦ੍ਰਿਸ਼ ਨਹੀਂ, ਦ੍ਰਿਸ਼ਟਾ ਹੈ। ਇਸ ਤੋਂ ਇਹਨੂੰ ਪਾਉਣ ਦਾ ਮਾਰਗ ਅੱਖ ਨਹੀਂ ਹੈ। ਅੱਖ ਬੰਦ ਕਰਨਾ ਇਹਦਾ ਮਾਰਗ ਹੈ। ਅੱਖ ਬੰਦ ਕਰਨ ਦਾ ਅਰਥ ਹੈ ਦ੍ਰਿਸ਼ ਤੋਂ ਮੁਕਤੀ। ਅੱਖ ਬੰਦ ਹੋਵੇ ਤੇ ਅੰਦਰ ਦ੍ਰਿਸ਼ ਵਹਿੰਦੇ ਹੋਣ ਤਾਂ ਅੱਖ ਖੁੱਲੀ ਹੈ। ਦ੍ਰਿਸ਼ ਦ੍ਰਿਸ਼ਟੀ 'ਚ ਨਾ ਹੋਵੇ ਤੇ ਅੱਖ ਖੁੱਲੀ ਹੋਵੇ ਤਾਂ ਵੀ ਅੱਖ ਬੰਦ ਹੈ। ਦ੍ਰਿਸ਼ ਨਾ ਹੋਵੇ ਤੇ ਸਿਰਫ ਦ੍ਰਿਸ਼ਟੀ, ਸਿਰਫ ਦਰਸ਼ਨ ਰਹਿ ਜਾਏ ਤਾਂ ਦ੍ਰਿਸ਼ਟਾ ਪ੍ਰਗਟ ਹੋ ਜਾਂਦਾ ਹੈ। ਜਿਸ ਦਰਸ਼ਨ ਨਾਲ ਦ੍ਰਿਸ਼ਟਾ ਦਿਸੇ, ਉਹ ਸਹੀ ਦਰਸ਼ਨ ਹੈ। ਇਹ ਦਰਸ਼ਨ ਜਦੋਂ ਤੱਕ ਨਹੀਂ, ਉਦੋਂ ਤੱਕ ਮਨੁੱਖ ਅੰਨਾ ਹੁੰਦਾ ਹੈ। ਅੱਖਾਂ ਹੁੰਦੇ ਹੋਏ ਵੀ ਅੱਖ ਨਹੀਂ ਹੁੰਦੀ। ਇਸ ਦਰਸ਼ਨ ਨਾਲ ਅੱਖਾਂ ਮਿਲਦੀਆਂ ਹਨ, ਵਾਸਤਵਿਕ ਅੱਖਾਂ, ਇੰਦਰੀਆਂ ਤੋਂ ਪਾਰ ਅੱਖਾਂ। ਇੱਕ ਪ੍ਰਵਚਨ ਕੱਲ ਸੁਣਿਆ ਹੈ, ਉਹਦਾ ਸਾਰ ਸੀ ਆਤਮ ਦਮਨ। ਪ੍ਰਚਲਿਤ ਰੂੜੀ ਇਹੀ ਹੈ। ਸੋਚਿਆ ਜਾਂਦਾ ਹੈ ਕਿ ਸਭ ਨਾਲ ਪ੍ਰੇਮ ਕਰਨਾ ਹੈ, ਪਰ ਖੁਦ ਤੋਂ ਘਿਰਣਾ ਕਰਨੀ ਹੈ, ਖੁਦ ਆਪਣੇ ਨਾਲ ਦੁਸ਼ਮਣੀ ਕਰਨੀ ਹੈ। ਉਦੋਂ ਕਿਤੇ ਆਤਮ ਜੈ ਹੁੰਦੀ ਹੈ, ਪਰ ਵਿਚਾਰ ਜਿੰਨਾ ਪ੍ਰਚਲਿਤ ਹੈ ਓਨਾ ਹੀ ਗਲਤ ਹੈ। ਇਸ ਮਾਰਗ ਤੋਂ ਵਿਅਕਤਿਤਵ ਦੁਵੈਤ ਵਿੱਚ ਟੁੱਟ ਜਾਂਦਾ ਹੈ ਤੇ ਆਤਮ ਹਿੰਸਾ ਦੀ ਸ਼ੁਰੂਆਤ ਹੁੰਦੀ ਹੈ, ਤੇ ਹਿੰਸਾ ਸਾਰਾ ਕਰੂਪ ਕਰ ਦਿੰਦੀ ਹੈ। ਮਨੁੱਖ ਨੂੰ ਵਾਸ਼ਨਾਵਾਂ ਇਸ ਤਰ੍ਹਾਂ ਦਮਨ ਨਹੀਂ ਕਰਨੀਆਂ, ਨਾ ਕੀਤੀਆਂ ਜਾ ਸਕਦੀਆਂ। ਇਹ ਹਿੰਸਾ ਦਾ ਰਸਤਾ ਧਰਮ ਦਾ ਰਸਤਾ ਨਹੀਂ ਹੈ। ਇਸ ਦੇ ਨਤੀਜੇ ਵਿੱਚ ਹੀ ਸਰੀਰ ਨੂੰ ਸਤਾਉਣ ਦੇ ਕਿੰਨੇ ਵਿਕਸਿਤ ਰੂਪ ਹੋ ਗਏ ਹਨ। ਉਸ ਵਿੱਚ ਦਿਸਦੀਆਂ ਤਪ ਵਿਧਾਵਾਂ, ਪਰ ਅਸਲ 'ਚ ਹਿੰਸਾ ਦਾ ਰਸ, ਦਮਨ ਤੇ ਪ੍ਰਤੀਰੋਧ ਦਾ ਸੁੱਖ, ਇਹ ਤਪ ਨਹੀਂ, ਆਤਮ ਵੰਚਨਾ ਹੈ। ਮਨੁੱਖ ਨੇ ਖੁਦ ਨਾਲ ਲੜਨਾ ਨਹੀਂ, ਖੁਦ ਨੂੰ ਜਾਣਨਾ ਹੈ, ਪਰ ਜਾਣਨਾ ਖੁਦ ਨਾਲ ਪ੍ਰੇਮ ਕਰਨ ਨਾਲ ਸ਼ੁਰੂ ਹੁੰਦਾ ਹੈ। ਖੁਦ ਦਾ ਸਹੀ ਰੂਪਾਂਤਰਣ ਪ੍ਰੇਮ ਕਰਨਾ ਹੈ, ਨਾ ਤਾਂ ਵਾਸ਼ਨਾਵਾਂ ਦੇ ਪਿੱਛੇ ਅੰਨਾ ਹੋ ਕੇ ਦੌੜਨ ਵਾਲਾ ਖੁਦ ਨਾਲ ਪ੍ਰੇਮ ਕਰਦਾ ਹੈ, ਨਾ ਵਾਸ਼ਨਾਵਾਂ 'ਚ ਅੰਨਾ ਹੋ ਕੇ ਲੜਨ ਵਾਲਾ ਖੁਦ ਨੂੰ ਪ੍ਰੇਮ ਕਰਦਾ ਹੈ। ਉਹ ਦੋਵੇਂ ਅੰਨੇ ਹਨ, ਤੇ ਪਹਿਲੇ ਅੰਨੇਪਨ ਦੀ ਪ੍ਰਤੀਕਿਰਿਆ ਵਿੱਚੋਂ ਦੂਸਰੇ ਅੰਨੇਪਨ ਦਾ ਜਨਮ ਹੋ ਜਾਂਦਾ ਹੈ। ਇੱਕ ਵਾਸ਼ਨਾਵਾਂ ਵਿੱਚ ਖੁਦ ਨੂੰ ਨਸ਼ਟ ਕਰਦਾ ਹੈ, ਇੱਕ ਉਹਨਾਂ ਨਾਲ ਲੜ ਕੇ ਖੁਦ ਨੂੰ ਨਸ਼ਟ ਕਰਦਾ ਹੈ। ਉਹ ਦੋਵੇਂ ਆਪਣੇ ਪ੍ਰਤੀ ਘਿਰਣਾ ਨਾਲ ਭਰੇ ਹਨ। ਗਿਆਨ ਦਾ ਆਰੰਭ ਖੁਦ ਨੂੰ ਪ੍ਰੇਮ ਕਰਨ ਨਾਲ ਹੁੰਦਾ ਹੈ। ਮੈਂ ਜੋ ਵੀ ਹਾਂ, ਉਹਨੂੰ ਸਵੀਕਾਰ ਕਰਨਾ ਹੈ, ਉਹਨੂੰ ਪ੍ਰੇਮ ਕਰਨਾ ਹੈ, ਤੇ ਇਸ ਸਵੀਕਾਰ ਤੇ ਇਸ ਪ੍ਰੇਮ ਵਿੱਚ ਹੀ ਉਹ ਪ੍ਰਕਾਸ਼ ਹੁੰਦਾ ਹੈ ਜਿਸ ਨਾਲ ਸਹਿਜੇ ਸਭ ਕੁਝ ਪਰਿਵਰਤਿਤ ਹੋ ਜਾਂਦਾ ਹੈ। ਇਸ ਨਾਲ ਹੀ ਇੱਕ ਬਿਲਕੁਲ ਨਵੀਂ ਸੁੰਦਰਤਾ ਦਾ ਵਿਅਕਤਿਤਵ ਵਿੱਚ ਉਦੈ ਹੁੰਦਾ ਹੈ। ਇੱਕ ਸੰਗੀਤ ਦਾ ਤੇ ਇੱਕ ਸ਼ਾਂਤੀ ਦਾ ਤੇ ਇੱਕ ਆਨੰਦ ਦਾ, ਜਿਨ੍ਹਾਂ ਦੇ ਸਮੁੱਚੇ ਪ੍ਰਭਾਵ ਦਾ ਨਾਂ ਅਧਿਆਤਮਕ ਜੀਵਨ ਹੈ। ਸੱਚ ਤੇ ਕੁਝ ਚਰਚਾ ਚੱਲ ਰਹੀ ਸੀ ਕਿ ਮੈਂ ਵੀ ਆ ਗਿਆ। ਸੁਣਦਾ ਹਾਂ। ਜੋ ਗੱਲ ਕਰਦੇ ਹਨ ਉਹ ਅਧਿਐਨਸ਼ੀਲ ਹਨ, ਵਿਭਿੰਨ ਦਰਸ਼ਨਾਂ ਤੋਂ ਜਾਣੂ ਹਨ। ਕਿੰਨੇ ਮਤ ਹਨ, ਹੋਰ ਕਿੰਨੇ ਵਿਚਾਰ ਹਨ, ਸਾਰੇ ਉਹਨਾਂ ਨੂੰ ਗਿਆਤ ਮਾਲੂਮ ਹੁੰਦੇ ਹਨ। ਬੁੱਧੀ ਉਹਨਾਂ ਦੀ ਭਰੀ ਹੋਈ ਹੈ, ਸੱਚ ਨਾਲ ਤਾਂ ਨਹੀਂ, ਸੱਚ ਦੇ ਸੰਬੰਧਾਂ 'ਚ ਹੋਰਾਂ ਨੇ ਜੋ ਕੁਝ ਕਿਹਾ ਉਸ ਨਾਲ।
ਜਿਵੇਂ ਹੋਰਾਂ ਨੇ ਜੋ ਕਿਹਾ ਹੈ, ਉਸ ਆਧਾਰ ਨਾਲ ਵੀ ਸੱਚ ਜਾਣਿਆ ਜਾ ਸਕਦਾ ਹੈ। ਸੱਚ ਜਿਵੇਂ ਕੋਈ ਮਤ ਹੈ, ਵਿਚਾਰ ਹੈ, ਕੋਈ ਬੌਧਿਕ ਤਾਰਕਿਕ ਸਿੱਟਾ ਹੈ। ਵਿਵਾਦ ਉਹਨਾਂ ਦਾ ਗਹਿਰਾ ਹੁੰਦਾ ਜਾ ਰਿਹਾ ਹੈ ਤੇ ਹੁਣ ਕੋਈ ਵੀ ਕਿਸੇ ਦੀ ਗੱਲ ਸੁਣਨ ਦੀ ਸਥਿਤੀ 'ਚ ਨਹੀਂ ਹੈ। ਹਰ ਕੋਈ ਬੋਲ ਰਿਹਾ ਪਰ ਕੋਈ ਸੁਣ ਨਹੀਂ ਰਿਹਾ। ਮੈਂ ਚੁੱਪ ਹਾਂ। ਫਿਰ ਕਿਸੇ ਨੂੰ ਮੇਰੀ ਯਾਦ ਆਉਂਦੀ ਹੈ। ਉਹ ਮੇਰਾ ਮਤ ਵੀ ਜਾਣਨਾ ਚਾਹੁੰਦੇ ਹਨ। ਮੇਰਾ ਤਾਂ ਕੋਈ ਮਤ ਨਹੀਂ ਹੈ। ਮੈਨੂੰ ਤਾਂ ਦਿਸਦਾ ਹੈ ਕਿ ਜਿੱਥੋਂ ਤੱਕ ਮਤ ਹੈ ਉੱਥੋਂ ਤੱਕ ਸੱਚ ਨਹੀਂ ਹੈ। ਵਿਚਾਰ ਦੀ ਜਿੱਥੇ ਸਮਾਪਤੀ ਹੈ, ਸੱਚ ਦਾ ਉੱਥੋਂ ਆਰੰਭ ਹੈ। ਮੈਂ ਕੀ ਕਹਾਂਗਾ? ਉਹ ਸਾਰੇ ਸੁਣਨ ਨੂੰ ਉਤਸੁਕ ਹਨ। ਇੱਕ ਕਹਾਣੀ ਕਹਿੰਦਾ ਹਾਂ। ਇੱਕ ਸਾਧੂ ਸੀ, ਬੋਧੀ ਧਰਮ। ਉਹ ਈਸਾ ਦੀ 6ਵੀਂ ਸਦੀ 'ਚ ਚੀਨ ਗਿਆ ਸੀ। ਕੁਝ ਸਾਲ ਉੱਥੇ ਰਿਹਾ, ਫਿਰ ਘਰ ਮੁੜਨਾ ਚਾਹਿਆ ਤੇ ਆਪਣੇ ਚੇਲਿਆਂ ਨੂੰ ਇਕੱਠਾ ਕੀਤਾ। ਉਹ ਜਾਣਨਾ ਚਾਹੁੰਦਾ ਸੀ ਕਿ ਸੱਚ ਵਿੱਚ ਉਹਨਾਂ ਦੀ ਕਿੰਨੀ ਗਤੀ ਹੋਈ ਹੈ। ਉਹਦੇ ਉੱਤਰ 'ਚ ਇੱਕ ਨੇ ਕਿਹਾ, ਮੇਰੇ ਮਤ ਨਾਲ ਸੱਚ ਸਵੀਕਾਰ ਅਸਵੀਕਾਰ ਤੋਂ ਪਹਿਲਾਂ ਹੈ। ਨਾ ਕਿਹਾ ਜਾ ਸਕਦਾ ਹੈ ਕਿ ਨਾ ਕਿਹਾ ਜਾ ਸਕਦਾ ਹੈ ਕਿ ਨਹੀਂ ਹੈ, ਕਿਉਂਕਿ ਅਜਿਹਾ ਹੀ ਉਹਦਾ ਸਰੂਪ ਹੈ। ਬੋਧੀ ਧਰਮ ਬੋਲਿਆ, ਤੇਰੇ ਕੋਲ ਮੇਰੀ ਚਮੜੀ ਹੈ। ਦੂਸਰੇ ਨੇ ਕਿਹਾ, ਮੇਰੀ ਨਜ਼ਰ ਵਿੱਚ ਸੱਚ ਦ੍ਰਿਸ਼ਟੀ ਹੈ। ਉਹਨੂੰ ਇੱਕ ਵਾਰੀ ਪਾ ਲਿਆ ਤਾਂ ਪਾ ਲਿਆ, ਫਿਰ ਉਹਦਾ ਖੋਣਾ ਨਹੀਂ ਹੈ। ਬੋਧੀ ਧਰਮ ਬੋਲਿਆ, ਤੇਰੇ ਕੋਲ ਮੇਰਾ ਮਾਸ ਹੈ। ਤੀਸਰੇ ਨੇ ਕਿਹਾ, ਮੈਂ ਮੰਨਦਾ ਕਿ 5 ਮਹਾਭੂਤ ਸ਼ੂਨਯ ਹਨ ਤੇ 5 ਸਕੰਦ ਵੀ ਅਵਾਸਤਵਿਕ ਹਨ। ਇਹ ਸ਼ੂਨਯਤਾ ਹੀ ਸੱਚ ਹੈ। ਬੋਧੀ ਧਰਮ ਨੇ ਕਿਹਾ, ਤੇਰੇ ਕੋਲ ਮੇਰੀਆਂ ਹੱਡੀਆਂ ਹਨ। ਤੇ ਅਖੀਰੀ ਉਹ ਉੱਠਿਆ ਜੋ ਜਾਣਦਾ ਸੀ। ਉਹਨੇ ਗੁਰੂ ਦੇ ਚਰਨਾਂ 'ਚ ਸਿਰ ਰੱਖ ਦਿੱਤਾ ਤੇ ਮੌਨ ਰਿਹਾ। ਉਹ ਚੁੱਪ ਸੀ ਤੇ ਉਹਦੀਆਂ ਅੱਖਾਂ ਸ਼ੂਨਯ ਸਨ। ਬੋਧੀ ਧਰਮ ਨੇ ਕਿਹਾ, ਤੇਰੇ ਕੋਲ ਮੇਰੀ ਚਰਬੀ ਹੈ, ਮੇਰੀ ਆਤਮਾ ਹੈ ਤੇ ਇਹੀ ਕਹਾਣੀ ਮੇਰਾ ਉੱਤਰ ਹੈ। ਇੱਕ ਮੰਦਰ 'ਚ ਬੋਲਣ ਗਿਆ ਸਾਂ। ਬੋਲਣ ਦੇ ਬਾਅਦ ਇੱਕ ਨੌਜਵਾਨ ਨੇ ਕਿਹਾ ਕਿ ਮੈਂ ਇੱਕ ਪ੍ਰਸ਼ਨ ਪੁੱਛ ਸਕਦਾ? ਇਹ ਪ੍ਰਸ਼ਨ ਮੈਂ ਬਹੁਤਿਆਂ ਤੋਂ ਪੁੱਛ ਚੁੱਕਿਆ, ਪਰ ਜੋ ਉੱਤਰ ਮਿਲੇ ਉਹਨਾਂ ਨਾਲ ਤ੍ਰਿਪਤੀ ਨਹੀਂ ਹੋਈ ਹੈ। ਸਾਰੇ ਦਰਸ਼ਨ ਕਹਿੰਦੇ ਹਨ, ਖੁਦ ਨੂੰ ਜਾਣੋ। ਮੈਂ ਵੀ ਖੁਦ ਨੂੰ ਜਾਣਨਾ ਚਾਹੁੰਦਾ। ਇਹੀ ਮੇਰਾ ਪ੍ਰਸ਼ਨ ਹੈ। ਮੈਂ ਕੌਣ ਹੈ, ਇਹਦਾ ਹੀ ਉੱਤਰ ਚਾਹੁੰਦਾ। ਮੈਂ ਕਿਹਾ, ਅਜੇ ਤੁਸੀਂ ਪ੍ਰਸ਼ਨ ਪੁੱਛਿਆ ਹੀ ਨਹੀਂ ਹੈ ਤਾਂ ਉੱਤਰ ਕਿਵੇਂ ਪਾਉਂਦੇ? ਪ੍ਰਸ਼ਨ ਪੁੱਛਣਾ ਓਨਾ ਆਸਾਨ ਨਹੀਂ ਹੈ। ਉਸ ਜਵਾਨ ਨੇ ਇੱਕ ਪਲ ਹੈਰਾਨੀ ਨਾਲ ਮੈਨੂੰ ਦੇਖਿਆ। ਪ੍ਰਗਟ ਸੀ ਕਿ ਮੇਰੀ ਗੱਲ ਦਾ ਅਰਥ ਉਹਨੂੰ ਨਹੀਂ ਦਿਸਿਆ ਸੀ। ਉਹ ਬੋਲਿਆ, ਤੁਸੀਂ ਕੀ ਕਹਿੰਦੇ ਹੋ? ਮੈਂ ਪ੍ਰਸ਼ਨ ਹੀ ਨਹੀਂ ਪੁੱਛਿਆ। ਮੈਂ ਕਿਹਾ, ਰਾਤ ਨੂੰ ਆਇਓ। ਉਹ ਰਾਤ ਨੂੰ ਆਇਆ। ਸੋਚਿਆ ਹੋਏਗਾ ਕਿ ਮੈਂ ਕੋਈ ਹੋਰ ਉੱਤਰ ਦੇਵਾਂਗਾ। ਉੱਤਰ ਮੈਂ ਦਿੱਤਾ ਵੀ, ਪਰ ਜੋ ਉੱਤਰ ਦਿੱਤਾ ਉਹਨੇ ਨਹੀਂ ਸੋਚਿਆ ਸੀ। ਉਹ ਆਇਆ। ਬੈਠਦੇ ਹੀ ਮੈਂ ਪ੍ਰਕਾਸ਼ ਬੁਝਾ ਦਿੱਤਾ। ਉਹ ਬੋਲਿਆ, ਇਹ ਕੀ ਕਰ ਰਹੇ ਹੋ? ਕੀ ਉੱਤਰ ਤੁਸੀਂ ਹਨੇਰੇ 'ਚ ਦਿੰਦੇ ਹੋ? ਮੈਂ ਕਿਹਾ, ਉੱਤਰ ਨਹੀਂ ਦਿੰਦਾ, ਸਿਰਫ ਪ੍ਰਸ਼ਨ ਪੁੱਛਣਾ ਸਿਖਾਉਂਦਾ। ਆਤਮਕ ਜੀਵਨ ਤੇ ਸੱਚ ਦੇ ਸੰਬੰਧ 'ਚ ਕੋਈ ਉੱਤਰ ਬਾਹਰ ਨਹੀਂ ਹੈ। ਗਿਆਨ ਬਾਹਰੀ ਤੱਥ ਨਹੀਂ ਹੈ, ਉਹ ਸੂਚਨਾ ਨਹੀਂ ਹੈ। ਇਸ ਲਈ ਉਹਨੂੰ ਖੁਦ 'ਚ ਪਾਇਆ ਨਹੀਂ ਜਾ ਸਕਦਾ। ਜਿਵੇਂ ਖੂਹ 'ਚੋਂ ਪਾਣੀ ਕੱਢਦੇ ਹੋ, ਇਸੇ ਤਰ੍ਹਾਂ ਹੀ ਉਹਨੂੰ ਵੀ ਅੰਦਰੋਂ ਹੀ ਕੱਢਣਾ ਪੈਂਦਾ ਹੈ। ਉਹ ਹੈ ਸਦੀਵੀ, ਉਹਦੀ ਨਿਰੰਤਰ ਮੌਜੂਦਗੀ ਹੈ। ਸਿਰਫ ਆਪਣਾ ਘੜਾ ਉਸ ਤੱਕ ਪਹੁੰਚਾਉਣਾ ਹੈ। ਇਸ ਪ੍ਰਕਿਰਿਆ ਵਿੱਚ ਇੱਕ ਹੀ ਗੱਲ ਯਾਦ ਰੱਖਣੀ ਹੈ ਕਿ ਘੜਾ ਖਾਲੀ ਹੋਵੇ। ਘੜਾ ਖਾਲੀ ਹੋਵੇ ਤਾਂ ਭਰ ਕੇ ਮੁੜ ਆਉਂਦਾ ਤੇ ਪ੍ਰਾਪਤੀ ਹੋ ਜਾਂਦੀ ਹੈ। ਹਨੇਰੇ 'ਚ ਥੋੜ੍ਹਾ ਜਿਹਾ ਸਮਾਂ ਚੁੱਪਚਾਪ ਲੰਘਿਆ। ਉਹ ਬੋਲਿਆ, ਹੁਣ ਮੈਂ ਕੀ ਕਰਾਂ? ਮੈਂ ਕਿਹਾ, ਘੜਾ ਖਾਲੀ ਕਰ ਲਓ, ਸ਼ਾਂਤ ਹੋ ਜਾਓ ਤੇ ਪੁੱਛੋ, ਮੈਂ ਕੌਣ ਹਾਂ? 1 ਵਾਰ, 2 ਵਾਰ, 3 ਵਾਰ ਪੁੱਛੋ। ਸਾਰੀ ਸ਼ਕਤੀ ਨਾਲ ਪੁੱਛੋ, ਮੈਂ ਕੌਣ ਹਾਂ? ਸਵਾਲ ਪੂਰੇ ਵਿਅਕਤਿਤਵ 'ਚ ਗੂੰਜ ਉੱਠੇ ਤੇ ਉਦੋਂ ਸ਼ਾਂਤ ਹੋ ਜਾਓ ਤੇ ਮੌਨ, ਵਿਚਾਰ, ਸ਼ੂਨਯ ਇੰਤਜ਼ਾਰ ਕਰੋ। ਪ੍ਰਸ਼ਨ ਤੇ ਫਿਰ ਖਾਮੋਸ਼ੀ, ਸ਼ੂਨਯ ਇੰਤਜ਼ਾਰ, ਇਹੀ ਵਿਧੀ ਹੈ। ਉਹ ਥੋੜ੍ਹੀ ਦੇਰ ਬਾਅਦ ਬੋਲਿਆ, ਲੇਕਿਨ ਮੈਂ ਚੁੱਪ ਨਹੀਂ ਹੋ ਰਿਹਾ ਹਾਂ। ਪ੍ਰਸ਼ਨ ਤਾਂ ਪੁੱਛ ਲਿਆ, ਪਰ ਸ਼ੂਨਯ ਇੰਤਜ਼ਾਰ ਅਸੰਭਵ ਹੈ ਤੇ ਮੈਂ ਸਮਝ ਲਿਆ ਕਿ ਅਸਲ 'ਚ ਮੈਂ ਅਜੇ ਤੱਕ ਪ੍ਰਸ਼ਨ ਪੁੱਛਿਆ ਹੀ ਨਹੀਂ ਸੀ। ਧੰਨਵਾਦ। ਇੱਕ ਪ੍ਰਵਚਨ ਪੜ੍ਹ ਰਿਹਾ, ਕਿਸੇ ਸਾਧੂ ਦਾ ਹੈ। ਕ੍ਰੋਧ ਛੱਡਣ ਨੂੰ, ਮੋਹ ਛੱਡਣ ਨੂੰ, ਵਾਸਨਾਵਾਂ ਛੱਡਣ ਨੂੰ ਕਿਹਾ ਹੈ, ਜਿਵੇਂ ਸਭ ਗੱਲਾਂ ਛੱਡਣ ਵਾਲੀਆਂ ਹੋਣ। ਕਿਸੇ ਨੇ ਚਾਹਿਆ ਤੇ ਛੱਡ ਦਿੱਤਾ। ਪੜ੍ਹ ਸੁਣ ਕੇ ਅਜਿਹਾ ਲੱਗਦਾ ਹੈ, ਇਹਨਾਂ ਉਪਦੇਸ਼ਾਂ ਨੂੰ ਸੁਣ ਕੇ ਗਿਆਤ ਹੁੰਦਾ ਹੈ ਕਿ ਅਗਿਆਨ ਕਿੰਨਾ ਸੰਘਣਾ ਹੈ। ਮਨੁੱਖ ਦੇ ਮਨ ਦੇ ਸੰਬੰਧ 'ਚ ਅਸੀਂ ਕਿੰਨਾ ਘੱਟ ਜਾਣਦੇ ਹਾਂ। ਇੱਕ ਬੱਚੇ ਨੂੰ ਇੱਕ ਦਿਨ ਮੈਂ ਕਿਹਾ ਕਿ ਤੁਸੀਂ ਆਪਣੀ ਬਿਮਾਰੀ ਨੂੰ ਛੱਡ ਕਿਉਂ ਨਹੀਂ ਦਿੰਦੇ? ਉਹ ਬਿਮਾਰ ਬੱਚਾ ਹੱਸਣ ਲੱਗਿਆ ਤੇ ਬੋਲਿਆ ਕਿ ਕੀ ਬਿਮਾਰੀ ਛੱਡਣਾ ਮੇਰੇ ਹੱਥ 'ਚ ਹੈ?
ਹਰ ਇੱਕ ਵਿਅਕਤੀ ਵਿਕਾਰ ਤੇ ਬਿਮਾਰੀ ਨੂੰ ਛੱਡਣਾ ਚਾਹੁੰਦਾ ਹੈ, ਪਰ ਵਿਕਾਰ ਦੀਆਂ ਜੜ੍ਹਾਂ ਤੱਕ ਜਾਣਾ ਜ਼ਰੂਰੀ ਹੈ। ਉਹ ਜਿਸ ਅਚੇਤਨ ਸਥਾਨ ਤੋਂ ਆਉਂਦੇ ਹਨ ਉੱਥੋਂ ਤੱਕ ਜਾਣਾ ਜ਼ਰੂਰੀ ਹੈ। ਸਿਰਫ ਚੇਤਨ ਮਨ ਦੇ ਸੰਕਲਪ ਨਾਲ ਉਹਨਾਂ ਤੋਂ ਮੁਕਤੀ ਨਹੀਂ ਪਾਈ ਜਾ ਸਕਦੀ। ਇੱਕ ਕਹਾਣੀ ਫਰਾਇਡ ਨੇ ਕਹੀ ਹੈ। ਇੱਕ ਪੇਂਡੂ ਸ਼ਹਿਰ ਦੇ ਕਿਸੇ ਹੋਟਲ 'ਚ ਠਹਿਰਿਆ ਸੀ। ਰਾਤ ਉਹਨੇ ਆਪਣੇ ਕਮਰੇ 'ਚ ਪ੍ਰਕਾਸ਼ ਨੂੰ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਸਫਲ ਹੀ ਰਿਹਾ। ਉਹਨੇ ਪ੍ਰਕਾਸ਼ ਨੂੰ ਫੂਕ ਮਾਰ ਕੇ ਬੁਝਾਉਣਾ ਚਾਹਿਆ। ਬਹੁਤ ਤਰ੍ਹਾਂ ਫੂਕਾਂ ਮਾਰੀਆਂ, ਪਰ ਪ੍ਰਕਾਸ਼ ਸੀ ਕਿ ਬਿਨਾਂ ਕੰਬੇ ਜਗਦਾ ਹੀ ਗਿਆ। ਉਹਨੇ ਸੁਬਾਹ ਇਹਦੀ ਸ਼ਿਕਾਇਤ ਕੀਤੀ। ਸ਼ਿਕਾਇਤ ਦੇ ਉੱਤਰ 'ਚ ਉਹਨੂੰ ਗਿਆਤ ਹੋਇਆ ਕਿ ਉਹ ਪ੍ਰਕਾਸ਼ ਦੀਵੇ ਦਾ ਨਹੀਂ ਸੀ ਜੋ ਫੂਕ ਮਾਰ ਕੇ ਬੁਝਾਇਆ ਜਾ ਸਕੇ। ਉਹ ਪ੍ਰਕਾਸ਼ ਤਾਂ ਬਿਜਲੀ ਦਾ ਸੀ। ਤੇ ਮੈਂ ਕਹਿਣਾ ਕਿ ਮਨੁੱਖ ਦੇ ਵਿਕਾਰਾਂ ਨੂੰ ਵੀ ਫੂਕ ਮਾਰ ਕੇ ਬੁਝਾਉਣ ਦੀ ਵਿਧੀ ਗਲਤ ਹੈ। ਉਹ ਮਿੱਟੀ ਦੇ ਦੀਵੇ ਹਨ। ਉਹਨਾਂ ਨੂੰ ਬੁਝਾਉਣ ਦੀ ਵਿਧੀ ਅਚੇਤਨ 'ਚ ਛਿਪੀ ਹੈ। ਚੇਤਨ ਦੇ ਸਭ ਸੰਕਲਪ ਫੂਕ ਮਾਰਨ ਦੀ ਤਰ੍ਹਾਂ ਬੇਅਰਥ ਹਨ। ਸਿਰਫ ਅਚੇਤਨ 'ਚ ਯੋਗ ਮਾਧਿਅਮ ਨਾਲ ਉਤਰ ਕੇ ਹੀ ਉਹਨਾਂ ਦੀਆਂ ਜੜ੍ਹਾਂ ਤੋੜੀਆਂ ਜਾ ਸਕਦੀਆਂ ਹਨ। ਧੰਨਵਾਦ।